ਬਠਿੰਡੇ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਗੁਰਦਿੱਤ ਸਿੰਘ 18 ਸਾਲਾ ਨੌਜਵਾਨ ਪੀਲੀਏ ਦੀ ਬਿਮਾਰੀ ਤੋਂ ਠੀਕ ਹੋਇਆ ਤੇ ਫਿਰ ਉਸ ਦੀ ਜ਼ਿੰਦਗੀ ਦੇ ਵਿੱਚ ਕੁਝ ਅਜਿਹਾ ਹੋਇਆ ਕਿ ਅੱਜ 70 ਸਾਲਾਂ ਬਾਅਦ ਵੀ ਉਹ ਚਮਤਕਾਰ ਫਿੱਕਾ ਨਹੀਂ ਪਿਆ ਤੇ ਜਿਸ ਨੇ ਵੀ ਉਹ ਚਮਤਕਾਰ ਸੁਣਿਆ ਉਹ ਦੰਗ ਰਹਿ ਗਿਆ। ਗੁਰਦਿੱਤ ਸਿੰਘ ਅੱਜ 90 ਸਾਲਾਂ ਦੀ ਉਮਰ ਪੂਰੀ ਕਰ ਚੁੱਕੇ ਨੇ ਤੇ ਉਹਨਾਂ ਦੱਸਿਆ ਕਿ ਸੰਨ 1952 ਦੀ ਗੱਲ ਹੈ ਜਦੋਂ ਆਵਾਜਾਈ ਦੇ ਸਾਧਨ ਬਹੁਤ ਘੱਟ ਹੋਇਆ ਕਰਦੇ ਸੀ। ਪੀਲੀਏ ਦੀ ਲੰਬੀ ਬਿਮਾਰੀ ਤੋਂ ਬਾਅਦ ਮੈਂ ਠੀਕ ਹੋਇਆ। ਮੇਰੀ ਮਾਂ ਤਾਂ ਪਹਿਲਾਂ ਹੀ ਗੁਜ਼ਰ ਚੁੱਕੀ ਸੀ। ਘਰ ਦੇ ਵਿੱਚ ਮੈਂ ਤੇ ਮੇਰਾ ਬਾਪ ਹੀ ਰਹਿੰਦੇ ਸੀ। ਮੇਰੇ ਪਿਤਾ ਬੁੱਧ ਸਿੰਘ ਵੀ ਬਿਮਾਰ ਰਹਿੰਦੇ। 1947 ਦੀ ਵੰਡ ਦੇ ਵਿੱਚ ਮੈਂ ਆਪਣੀ ਮਾਂ ਦੇ ਕੋਲੋਂ ਵਿਛੜ ਗਿਆ, ਜਿਸ ਤੋਂ ਬਾਅਦ ਮੇਰੇ ਪਿਤਾ ਬਿਮਾਰ ਰਹਿੰਦੇ ਸੀ। ਫਿਰ ਮੈਨੂੰ 16 ਸਾਲਾਂ ਦੀ ਉਮਰ ਦੇ ਵਿੱਚ ਪੀਲੀਆ ਹੋ ਗਿਆ ਤੇ ਮੈਂ ਵੀ ਮਰਨ ਕੰਢੇ ਪੈ ਗਿਆ। ਪਰ ਕਿਸੇ ਨਾ ਕਿਸੇ ਤਰ੍ਹਾਂ ਕਰ ਮੈਂ 2 ਸਾਲਾਂ ਬਾਅਦ ਠੀਕ ਹੋਇਆ ਤੇ ਮੇਰੇ ਪਿਤਾ ਨੇ ਕਿਹਾ ਕਿ ਗੁਰਦਿੱਤ, ਵਾਹਿਗੁਰੂ ਦੀ ਕਿਰਪਾ ਦੇ ਨਾਲ ਤੂੰ ਠੀਕ ਹੋਇਆ ਹੈ। ਇਹਨਾਂ 2 ਸਾਲਾਂ ਦੇ ਵਿੱਚ ਮੈਂ ਲਗਾਤਾਰ ਪਰਮਾਤਮਾ ਅੱਗੇ ਅਰਦਾਸ ਕੀਤੀ ਤੇ ਤੇਰੇ ਠੀਕ ਹੋਣ ਤੇ ਦਰਬਾਰ ਸਾਹਿਬ ਜਾ ਕੇ ਅਰਦਾਸ ਕਰਨ ਦੀ ਸੋਚੀ ਸੀ। ਹੁਣ ਤੂੰ ਜਿੱਦਾਂ ਮਰਜ਼ੀ ਕਰ, ਮੈਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦਰਸ਼ਨਾਂ ਦੇ ਲਈ ਲੈ ਚੱਲ। ਮੇਰੇ ਪਿਤਾ ਨੇ ਮੈਨੂੰ ਇਹ ਗੱਲ ਬਹੁਤ ਵਾਰ ਕਹੀ ਤੇ ਮੈਂ ਚੱਲਣ ਦੇ ਲਈ ਰਾਜੀ ਵੀ ਹੋ ਗਿਆ। ਉਸ ਸਮੇਂ ਪੈਦਲ ਹੀ ਪੈਂਡਾ ਤੈਅ ਕੀਤਾ ਜਾਂਦਾ ਸੀ, ਸੋ ਮੈਂ ਇੱਕ ਕਾਠੀ ਬਣਾ ਕੇ ਆਪਣੀ ਪਿੱਠ ਦੇ ਉੱਤੇ ਲਗਾ ਲਈ, ਜਿਸ ਦੇ ਉੱਤੇ ਮੈਂ ਆਪਣੇ ਪਿਤਾ ਨੂੰ ਬਿਠਾ ਲਿਆ ਤੇ ਸਫ਼ਰ ਕੱਢਣਾ ਸ਼ੁਰੂ ਕੀਤਾ। ਪਰ ਇਹ ਸਫ਼ਰ ਇੰਨਾ ਆਸਾਨ ਨਹੀਂ ਸੀ ਜਿੰਨਾ ਮੈਂ ਸੋਚਿਆ ਸੀ। ਅੱਧਾ ਰਸਤਾ ਹੋਇਆ ਤੇ ਥਕਾਵਟ ਦੇ ਨਾਲ ਮੇਰੀਆਂ ਲੱਤਾਂ ਤੇ ਸਾਹ ਨੇ ਜਵਾਬ ਦੇ ਦਿੱਤਾ ਤੇ ਮੈਂ ਹਿੰਮਤ ਹਾਰ ਕੇ ਉੱਥੇ ਹੀ ਬੈਠ ਗਿਆ। ਮੈਂ ਆਪਣੇ ਪਿਤਾ ਨੂੰ ਕਿਹਾ ਕਿ ਮੈਂ ਹੋਰ ਨਹੀਂ ਚੱਲ ਸਕਦਾ। ਮੇਰੇ ਪਿਤਾ ਨੇ ਦੇਖਿਆ ਕਿ ਇੱਕ ਤਾਂ ਰਸਤਾ ਲੰਬਾ ਹੈ ਤੇ ਉੱਪਰੋਂ ਮੇਰਾ ਭਾਰ, ਚੱਲਣਾ ਮੁਸ਼ਕਿਲ ਹੀ ਹੋਵੇਗਾ। ਮੇਰੇ ਪਿਤਾ ਕਹਿਣ ਲੱਗੇ ਕਿ ਥੋੜਾ ਚਿਰ ਆਰਾਮ ਕਰ ਲੈ, ਫਿਰ ਆਪਾਂ ਦੋਨੇ ਚੱਲ ਕੇ ਹੀ ਸਫ਼ਰ ਕੱਢਾਂਗੇ। ਕੁਝ ਸਮੇਂ ਬਾਅਦ ਮੈਂ ਤੇ ਮੇਰੇ ਪਿਤਾ ਚੱਲ ਪਏ, ਪਰ ਉਹਨਾਂ ਦੀ ਉਮਰ ਜ਼ਿਆਦਾ ਹੋਣ ਕਰਕੇ ਉਹ ਵੀ ਅੱਧੇ ਰਸਤੇ ਦੇ ਵਿੱਚ ਹੀ ਡਿੱਗ ਪਏ। ਮੈਂ ਉਹਨਾਂ ਨੂੰ ਦੇਖਿਆ ਤਾਂ ਉਹ ਹੋਸ਼ ਨਹੀਂ ਕਰ ਰਹੇ ਸੀ। ਪਾਣੀ ਵੀ ਪਿਲਾਇਆ ਪਰ ਸਰੀਰ ਦੇ ਵਿੱਚ ਕੋਈ ਹਰਕਤ ਨਹੀਂ ਹੋਈ। ਮੈਂ ਉਸ ਸਮੇਂ ਨਹੀਂ ਜਾਣਦਾ ਸੀ ਕਿ ਮੇਰੇ ਪਿਤਾ ਬੇਹੋਸ਼ ਹੋਏ ਹਨ ਜਾਂ ਫਿਰ ਸਾਹ ਛੱਡ ਚੁੱਕੇ ਨੇ, ਪਰ ਮੈਂ ਆਪਣੇ ਆਪ ਨੂੰ ਉਸ ਸਮੇਂ ਕੋਸ ਰਿਹਾ ਸੀ ਕਿ ਜੇਕਰ ਮੈਂ ਥੋੜੀ ਜਿਹੀ ਹਿੰਮਤ ਹੋਰ ਕਰ ਲੈਂਦਾ ਤਾਂ ਸ਼ਾਇਦ ਅੱਜ ਇਸ ਤਰ੍ਹਾਂ ਨਹੀਂ ਹੁੰਦਾ। ਮੈਂ ਦੁਬਾਰਾ ਆਪਣੇ ਪਿਤਾ ਨੂੰ ਚੁੱਕਿਆ ਤੇ ਦਰਬਾਰ ਸਾਹਿਬ ਵੱਲ ਲੈ ਗਿਆ। ਸਾਰੀ ਰਾਤ ਲਗਾਤਾਰ ਚੱਲਣ ਤੋਂ ਬਾਅਦ ਅੰਮ੍ਰਿਤ ਵੇਲੇ ਮੈਂ ਆਪਣੇ ਪਿਤਾ ਦੇ ਨਾਲ ਦਰਬਾਰ ਸਾਹਿਬ ਪਹੁੰਚ ਹੀ ਗਿਆ। ਜਲਦੀ ਦੇ ਨਾਲ ਮੈਂ ਆਪਣੇ ਪਿਤਾ ਨੂੰ ਬੇਰੀ ਸਾਹਿਬ ਥੱਲੇ ਰੱਖਿਆ ਤੇ ਫਿਰ ਆਪਣੇ ਪਿਤਾ ਨੂੰ ਚੁੱਕ ਕੇ ਕੱਪੜਿਆਂ ਸਣੇ ਹੀ ਆਪਣੇ ਨਾਲ ਹੀ ਸਰੋਵਰ ਦੇ ਵਿੱਚ ਡੁਬਕੀ ਲਗਾ ਲਈ। ਤਾਂ ਫਿਰ ਮੈਂ ਆਪਣੇ ਪਿਤਾ ਨੂੰ ਕੱਪੜਿਆਂ ਸਣੇ ਹੀ ਆਪਣੇ ਨਾਲ ਹੀ ਸਰੋਵਰ ਦੇ ਵਿੱਚ ਡੁਬਕੀ ਲਗਾ ਲਈ। ਜਦੋਂ ਮੈਂ ਡੁਬਕੀ ਲਗਾ ਕੇ ਬਾਹਰ ਆਇਆ ਤਾਂ ਮੇਰੇ ਹੱਥੋਂ ਮੇਰੇ ਪਿਤਾ ਦਾ ਸਰੀਰ ਛੁੱਟ ਗਿਆ। ਮੈਨੂੰ ਲੱਗਿਆ ਕਿ ਮੈਂ ਖੁਦ ਹੀ ਆਪਣੇ ਪਿਤਾ ਨੂੰ ਡੋਬ ਦਿੱਤਾ। ਕਾਫੀ ਵਾਰ ਪਾਣੀ ਦੇ ਵਿੱਚ ਦੇਖਿਆ ਪਰ ਕੁਝ ਵੀ ਨਹੀਂ ਮਿਲਿਆ। ਪਰ ਅਚਾਨਕ ਹੀ ਮੇਰੇ ਪਿਤਾ ਅੰਮ੍ਰਿਤ ਦੇ ਵਿੱਚੋਂ ਬਾਹਰ ਆਏ ਤੇ ਦਰਬਾਰ ਸਾਹਿਬ ਵੱਲ ਹੱਥ ਜੋੜ ਕੇ ਅਰਦਾਸ ਕਰਨ ਲੱਗੇ। ਬਾਹਰ ਆ ਕੇ ਕੱਪੜੇ ਬਦਲੇ ਤੇ ਜਲਦੀ ਦੇ ਨਾਲ ਪਰਿਕਰਮਾ ਕਰਕੇ ਦਰਬਾਰ ਸਾਹਿਬ ਦੇ ਅੰਦਰ ਪਹੁੰਚ ਗਏ। ਮੈਂ ਹੈਰਾਨ ਸੀ ਕਿ ਮੇਰੇ ਪਿਤਾ ਇੰਨੀ ਤੇਜ਼ ਕਿਵੇਂ ਚੱਲ ਰਹੇ ਸੀ। ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਮੇਰੇ ਪਿਤਾ ਨੇ ਮੇਰੇ ਨਾਲ ਗੱਲ ਕੀਤੀ ਤੇ ਕਿਹਾ ਕਿ ਇੰਨਾ ਘਬਰਾਇਆ ਕਿਉਂ ਹੈ। ਮੈਂ ਕਿਹਾ ਕਿ ਪਿਤਾ ਜੀ, ਤੁਸੀਂ ਤਾਂ ਅੱਧੇ ਰਸਤੇ ਦੇ ਵਿੱਚ ਬੇਸੁੱਧ ਹੋ ਗਏ ਸੀ, ਤਾਂ ਹੁਣ ਤੁਹਾਨੂੰ ਇੱਕਦਮ ਕੀ ਹੋ ਗਿਆ। ਮੇਰੇ ਪਿਤਾ ਨੇ ਕਿਹਾ ਕਿ ਮੈਨੂੰ ਕੁਝ ਵੀ ਨਹੀਂ ਯਾਦ, ਬਸ 5 ਸਿੰਘਾਂ ਨੇ ਮੈਨੂੰ ਫੜ ਕੇ ਸਰੋਵਰ ਦੇ ਵਿੱਚ 5 ਵਾਰ ਡੁਬਕੀ ਲਗਵਾਈ ਤੇ ਜਦੋਂ ਮੈਂ ਅੱਖਾਂ ਖੋਲ੍ਹੀਆਂ ਤਾਂ ਮੈਂ ਦਰਬਾਰ ਸਾਹਿਬ ਦੇ ਅੰਦਰ ਸੀ। ਮੇਰੇ ਪਿਤਾ ਜੋ ਵੀ ਕੁਝ ਬੋਲ ਰਹੇ ਸੀ ਮੇਰੇ ਕੁਝ ਵੀ ਸਮਝ ਵਿੱਚ ਨਹੀਂ ਆਇਆ। ਪਰ ਉਸ ਦਿਨ ਮੇਰੇ ਪਿਤਾ ਨੇ ਕਿਹਾ ਕਿ ਮੈਂ ਹੋਰ 8 ਸਾਲ ਹੀ ਜਿਉਂਦਾ ਰਹਾਂਗਾ। 8 ਸਾਲ ਬਾਅਦ ਇਸੇ ਦਿਨ ਮੈਂ ਇਸ ਦੁਨੀਆ ਤੋਂ ਚਲਾ ਜਾਵਾਂਗਾ ਤੇ ਹੋਇਆ ਵੀ ਇੰਜ ਹੀ। 8 ਸਾਲਾਂ ਬਾਅਦ ਮੇਰੇ ਪਿਤਾ 27 ਅਪ੍ਰੈਲ ਨੂੰ ਤੜਕੇ ਇਸ ਦੁਨੀਆ ਤੋਂ ਚਲੇ ਗਏ। ਸੋ ਚਮਤਕਾਰ ਇਸ ਤਰ੍ਹਾਂ ਵੀ ਹੁੰਦੇ ਨੇ। ਜੋ ਪਰਮਾਤਮਾ ਸਾਡੇ ਅੰਦਰ ਵਸਦਾ ਹੈ ਉਹ ਅਜਿਹੀਆਂ ਕਰਾਮਾਤਾਂ ਨਿੱਤ ਹੀ ਸਾਨੂੰ ਦਿਖਾਉਂਦਾ ਹੈ। ਜੇਕਰ ਆਪਾਂ ਇਹਨਾਂ ਦੇ ਉੱਤੇ ਭਰੋਸਾ ਕਰੀਏ ਤਾਂ ਸਾਡੀ ਜ਼ਿੰਦਗੀ ਕਾਫੀ ਸੌਖੀ ਹੋ ਸਕਦੀ ਹੈ।